हेलो बच्चों, सब तो पहला सत श्री अकाल। बच्चों अज ਆਪਾਂ 9ਵੀਂ ਕਲਾਸ ਦੇ ਪਹਿਲੇ ਚੈਪਟਰ ਸੰਖਿਆ ਪ੍ਰਣਾਲੀ ਦੀ ਗੱਲ ਕਰ ਰਹੇ ਹਾਂ। ਤੁਸੀਂ 6ਵੀਂ 7ਵੀਂ 8ਵੀਂ ਦੇ ਵਿੱਚ ਜਿਹੜਾ ਪਹਿਲਾ ਚੈਪਟਰ ਕੀਤਾ ਉਹ ਸਾਰਾ ਸੰਖਿਆਵਾਂ ਨਾਲ ਹੀ ਸੰਬੰਧਿਤ ਹੈ। ਅੱਜ ਆਪਾਂ ਥੋੜੀ ਜਿਹੀ ਪਹਿਲਾਂ ਉਹਨਾਂ ਦੀ ਰਿਵੀਜ਼ਨ ਕਰਾਂਗੇ ਕਿ ਆਪਾਂ 6ਵੀਂ 'ਚ ਕਿਹੜੀਆਂ ਸੰਖਿਆਵਾਂ ਦੀ ਗੱਲ ਕੀਤੀ ਹੈ, 7ਵੀਂ 'ਚ ਕਿਹੜੀਆਂ ਸੰਖਿਆਵਾਂ ਦੀ ਗੱਲ ਕੀਤੀ ਹੈ, 8ਵੀਂ 'ਚ ਕਿਹੜੀਆਂ ਸੰਖਿਆਵਾਂ ਦੀ ਗੱਲ ਕੀਤੀ ਹੈ। ਤਾਂ ਬੱਚਿਓ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਕੁਦਰਤੀ ਸੰਖਿਆਵਾਂ ਦੀ, ਪ੍ਰਕਿਰਤਿਕ ਸੰਖਿਆਵਾਂ ਦੀ ਆਪਾਂ ਗੱਲ ਕੀਤੀ ਹੈ ਬੱਚਿਓ। ਤੇ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਅਗਰ ਤੁਹਾਡੇ ਧਿਆਨ 'ਚ ਹੋਵੇ, ਜਿਹਨੂੰ ਆਪਾਂ ਨੈਚੁਰਲ ਨੰਬਰਸ ਵੀ ਬੋਲਦੇ ਹਾਂ। ਨੈਚੁਰਲ ਨੰਬਰਸ ਉਹ ਸੰਖਿਆਵਾਂ ਜਿਹੜੀਆਂ ਗਿਣਨਯੋਗ ਹੁੰਦੀਆਂ ਨੇ, 1 2 3 4 5 6 7 8 ਤੇ ਇਹ ਕਿੰਨੀਆਂ ਹੁੰਦੀਆਂ ਨੇ ਆਪਣੇ ਕੋਲੇ? ਅਣਗਿਣਤ ਹੁੰਦੀਆਂ ਨੇ। ਇਹ ਹੁੰਦੀਆਂ ਨੇ ਬੱਚਿਓ ਆਪਣੇ ਕੋਲੇ ਕੁਦਰਤੀ ਸੰਖਿਆਵਾਂ। ਉਸ ਤੋਂ ਬਾਅਦ ਬੱਚਿਓ ਆਪਾਂ ਗੱਲ ਕੀਤੀ ਸੀ ਪੂਰਨ ਸੰਖਿਆਵਾਂ ਦੀ, ਜਿਸ ਨੂੰ ਆਪਾਂ ਬੋਲਦੇ ਹਾਂ ਹੋਲ ਨੰਬਰਸ। ਪੂਰਨ ਨੂੰ ਬੋਲਦੇ ਹਾਂ ਹੋਲ ਨੰਬਰ, ਕਿਉਂਕਿ ਇਹਦੇ ਵਿੱਚ ਜ਼ੀਰੋ ਦੀ ਕਮੀ ਰਹਿ ਗਈ ਸੀ ਬੱਚਿਓ। ਤਾਂ ਜਿਹੜੀਆਂ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਨੇ ਉਹ ਸਾਰੀਆਂ ਕਿਹੜੀਆਂ ਹੁੰਦੀਆਂ ਨੇ? ਪੂਰਨ ਸੰਖਿਆਵਾਂ। ਤੇ ਆਪਾਂ ਇੱਥੇ ਗੱਲ ਦੇਖੀ ਸੀ, ਧਿਆਨ ਨਾਲ ਜੋ ਚੈੱਕ ਕੀਤਾ ਸੀ ਬੱਚਿਓ, ਆਪਾਂ ਕੀ ਚੈੱਕ ਕੀਤਾ ਸੀ? ਸਾਰੀਆਂ ਕੁਦਰਤੀ ਦੀਆਂ ਕੁਦਰਤੀ ਸੰਖਿਆਵਾਂ ਇਹਦੇ ਵਿੱਚ ਆ ਗਈਆਂ ਨਾ। ਤਾਂ ਇਹਦਾ ਮਤਲਬ ਕੀ ਹੋ ਗਿਆ? ਕੀ ਹੋ ਗਿਆ ਬੱਚਿਓ? ਦਾ ਮਤਲਬ ਹਰੇਕ ਕੁਦਰਤੀ ਸੰਖਿਆ ਦੇ ਵਿੱਚ ਪਈ ਹੈ ਤਾਂ ਹਰੇਕ ਕੁਦਰਤੀ ਸੰਖਿਆ ਕੀ ਹੁੰਦੀ ਹੈ? ਪੂਰਨ ਸੰਖਿਆ ਹੁੰਦੀ ਹੈ। ਜਾਂ ਹਰੇਕ ਕੁਦਰਤੀ ਸੰਖਿਆ ਨੂੰ ਬੱਚਿਓ ਆਪਾਂ ਪੂਰਨ ਸੰਖਿਆ ਕਹਿੰਦੇ ਹਾਂ, ਕਿਉਂਕਿ ਸਾਰੀਆਂ ਦੀਆਂ ਸਾਰੀਆਂ ਇਹਦੇ ਵਿੱਚ ਪਈਆਂ ਨੇ। ਠੀਕ, ਹਰੇਕ ਕੁਦਰਤੀ ਸੰਖਿਆ ਨੂੰ ਪੂਰਨ ਸੰਖਿਆ ਕਹਿੰਦੇ ਹਨ ਜਾਂ ਹੁੰਦੀ ਹੈ। ਤੀਸਰੀ ਗੱਲ ਆ ਗਈ ਸੰਪੂਰਨ ਸੰਖਿਆਵਾਂ ਦੀ, ਜੋ ਆਪਾਂ 7ਵੀਂ ਤੇ 8ਵੀਂ ਕਲਾਸ 'ਚ ਗੱਲ ਕੀਤੀ ਹੈ। ਤੇ ਸੰਪੂਰਨ ਸੰਖਿਆਵਾਂ ਨੂੰ ਇੰਗਲਿਸ਼ ਲਿਖਦੇ ਨੇ ਇੰਟੀਜ਼ਰਸ। ਸਾਰੀਆਂ ਮਾਈਨਸ ਦੀਆਂ, ਜ਼ੀਰੋ, ਸਾਰੀਆਂ ਪਲੱਸ ਦੀਆਂ, ਇਹ ਕਿਹੜੀਆਂ ਹੁੰਦੀਆਂ ਨੇ ਬੱਚਿਓ? ਸੰਪੂਰਨ। ਤਾਂ ਫਿਰ ਮੈਂ ਉਸੇ ਗੱਲ ਨੂੰ ਰਿਪੀਟ ਕਰ ਰਿਹਾ, ਦੇਖੋ ਹਰੇਕ ਕੁਦਰਤੀ ਸੰਖਿਆ ਦੇ ਵਿੱਚ ਆ ਗਈ ਨਾ। ਤਾਂ ਇਹਦਾ ਮਤਲਬ ਫਿਰ ਕੀ ਹੋ ਗਿਆ? ਹਰੇਕ ਕੁਦਰਤੀ ਸੰਖਿਆ ਜਾਂ ਪ੍ਰਕਿਰਤਿਕ ਸੰਖਿਆ ਸੰਪੂਰਨ ਸੰਖਿਆ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਆ ਰਹੀਆਂ ਨੇ। ਸੰਪੂਰਨ ਸੰਖਿਆ ਹੁੰਦੀ ਹੈ। ਨੰਬਰ 2 ਬੱਚਿਓ ਦੇਖੋ ਧਿਆਨ ਨਾਲ, ਆ ਹੋ ਗਈਆਂ ਸਾਰੀਆਂ ਆਪਣੇ ਕੋਲੇ ਪੂਰਨ ਹੋ ਗਈਆਂ। ਤਾਂ ਇਹਦਾ ਮਤਲਬ ਫਿਰ ਕੀ ਹੋ ਗਿਆ? ਹਰੇਕ ਪੂਰਨ ਸੰਖਿਆ ਵੀ ਕੀ ਹੋਗੀ ਬੱਚਿਓ? ਸੰਪੂਰਨ ਸੰਖਿਆ ਹੁੰਦੀ ਹੈ ਨਾ, ਸੰਪੂਰਨ। ਤੇ ਇੱਕ ਬੜੀ ਇੰਟਰਸਟਿੰਗ ਗੱਲ ਬੱਚਿਓ ਆਪਾਂ ਇੱਥੇ ਕਰਨੀ ਹੈ, ਇਹਨਾਂ ਨੂੰ ਕਿਸ ਵਰਡ ਨਾਲ, ਕਿਸ ਅੰਕ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਬੱਚਿਓ? ਤਾਂ ਬੱਚਿਓ ਕੀ ਕੀਤਾ ਜਾਂਦਾ? ਕੁਦਰਤੀ ਸੰਖਿਆਵਾਂ ਨੂੰ ਇਹਨਾਂ ਦਾ ਜੋ ਪਹਿਲਾ ਅੱਖਰ ਹੈ n, ਇਹਨਾਂ ਨੂੰ ਬੱਚਿਓ ਕਿੰਨਾ ਲਿਖਿਆ ਜਾਂਦਾ ਹੈ? n ਨਾਲ ਲਿਖਿਆ ਜਾਂਦਾ ਹੈ। ਤੇ ਜੇ ਮੈਂ ਪੂਰਨ ਦੀ ਗੱਲ ਕਰਾਂ, ਪੂਰਨ ਨੂੰ w ਨਾਲ ਲਿਖਿਆ ਜਾਂਦਾ ਹੈ। ਤੇ ਇੰਟੀਜ਼ਰ ਨੂੰ i, ਜਾਂ ਇੱਕ ਹੋਰ ਵਰਡ ਹੈ z। ਇਹਨਾਂ ਦੋਹਾਂ ਨਾਲ ਲਿਖਿਆ ਜਾਂਦਾ ਹੈ, ਜਾਂ i ਨਾਲ ਲਿਖਿਆ ਜਾਂਦਾ ਹੈ ਜਾਂ z ਨਾਲ ਲਿਖਿਆ ਜਾਂਦਾ ਹੈ। ਤੇ ਇਸ ਤੋਂ ਬਾਅਦ ਜਿਹੜੀ ਗੱਲ ਕੀਤੀ ਸੀ ਬੱਚਿਓ ਆਪਾਂ 8ਵੀਂ ਕਲਾਸ 'ਚ ਪਰਿਮੇਯ ਸੰਖਿਆਵਾਂ ਦੀ ਗੱਲ ਕੀਤੀ ਸੀ। ਤੇ ਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਬੱਚਿਓ? ਜਿਨ੍ਹਾਂ ਨੂੰ ਆਪਾਂ, ਅਗਰ ਮੈਂ ਸਿੰਪਲ ਭਾਸ਼ਾ 'ਚ ਗੱਲ ਕਰਾਂ, ਬਟਿਆਂ 'ਚ ਲਿਖ ਸਕਦੇ ਹਾਂ ਜਾਂ ਬਟਿਆਂ 'ਚ ਦਰਸਾ ਸਕਦੇ ਹਾਂ। ਜੋ ਸੰਖਿਆਵਾਂ p/q ਰੂਪ ਵਿੱਚ ਹੁੰਦੀਆਂ ਹਨ, ਜਿੱਥੇ ਕਿਊ 0 ਦੇ ਬਰਾਬਰ ਨਾ ਹੋਵੇ, ਮਤਲਬ ਜਿਹੜਾ ਹਰ ਹੈ ਉਹ 0 ਨਹੀਂ ਹੋਣਾ ਚਾਹੀਦਾ, ਅਤੇ p ਅਤੇ q ਬੱਚਿਓ ਕੀ ਨੇ? ਸੰਪੂਰਨ ਸੰਖਿਆਵਾਂ ਹੁੰਦੀਆਂ ਨੇ। ਉਹ ਸਾਰੀਆਂ ਕਿਹੜੀਆਂ ਹੁੰਦੀਆਂ ਬੱਚਿਓ? ਪਰਿਮੇਯ। ਤਾਂ ਇਹ ਜਿਹੜੀਆਂ ਸੰਖਿਆਵਾਂ ਦੀ ਆਪਾਂ ਗੱਲ ਕੀਤੀ ਹੈ, ਕਿਉਂਕਿ ਆਪਾਂ ਇਹਨਾਂ ਨੂੰ ਬਟਿਆਂ 'ਚ ਲਿਖ ਸਕਦੇ ਹਾਂ ਆਪਣੇ ਕੰਨਿਓ ਇੱਕ ਲਗਾ ਕੇ, ਇੱਕ ਨੀਚੇ ਇੱਕ ਲਗਾ ਕੇ। ਤਾਂ ਇਹਦਾ ਮਤਲਬ ਕੀ ਹੋ ਗਿਆ? ਹਰੇਕ ਕੁਦਰਤੀ ਸੰਖਿਆ ਵੀ ਪ੍ਰਮੇਯ ਬਣ ਗਈ, ਹਰੇਕ ਪੂਰਨ ਵੀ ਪ੍ਰਮੇਯ ਬਣ ਗਈ, ਹਰੇਕ ਸੰਪੂਰਨ ਵੀ ਪ੍ਰਮੇਯ ਬਣ ਗਈ। ਉਹਨਾਂ ਤੋਂ ਬਿਨਾਂ ਬੱਚਿਓ ਕਿਹੜੀਆਂ ਨੇ? -2/3 ਵਟਿਆਂ ਵਾਲੀਆਂ ਜਿਹੜੀ ਵੀ ਸੰਖਿਆ ਦੀ ਬੱਚਿਓ ਆਪਾਂ ਗੱਲ ਕਰਾਂਗੇ ਉਹ ਸਾਰੀਆਂ ਇਹਦੇ ਵਿੱਚ ਹੋਣਗੀਆਂ। ਤੇ ਇਹ ਸਾਰੀਆਂ ਬੱਚਿਓ ਆਪਣੀਆਂ ਕਿਹੜੀਆਂ ਸੰਖਿਆਵਾਂ ਨੇ? ਪ੍ਰਮੇਯ ਸੰਖਿਆਵਾਂ ਨੇ। ਤੇ ਪ੍ਰਮੇਯ ਸੰਖਿਆਵਾਂ ਨੂੰ
ਇੰਗਲਿਸ਼ ਦੇ ਅੱਖਰ ਕਿਊ ਨਾਲ ਲਿਖਿਆ ਜਾਂਦਾ ਹੈ। ਜਿਹੜਾ ਵਰਡ ਡਰਾਈਵ ਹੋਇਆ ਬੱਚੋ ਕੋਸ਼ੈਂਟ ਤੋਂ ਡਰਾਈਵ ਹੋਇਆ ਹੈ, ਭਾਜਕ ਤੋਂ। ਜਦੋਂ ਆਪਾਂ ਵੰਡ ਕਰਦੇ ਹੁੰਦੇ ਆ ਨਾ ਤਾਂ ਜਿਹੜਾ ਕੋਸ਼ੈਂਟ ਆ ਜਾਂਦਾ ਹੈ, ਭਾਜਫਲ ਆ ਜਾਂਦਾ ਹੈ ਆਪਣਾ, ਉਸ ਤੋਂ ਵਰਡ ਡਰਾਈਵ ਹੋਇਆ ਹੈ। ਤਾਂ ਜਿਹੜਾ ਰਿਪਰੈਜ਼ੈਂਟੇਸ਼ਨ ਦੇਖੋ ਇਹਦੀ ਹੋ ਗਈ ਕਿਊ, ਇਹਦੀ ਹੋ ਗਈ ਆਈ ਆ ਜ਼ੈਡ ਬੱਚਿਓ, ਇਹਦੀ ਹੋ ਗਈ ਹੋਲ ਨੰਬਰਸ ਡਬਲਿਊ, ਇਹਦੀ ਹੋ ਗਈ ਐਨ। ਤਾਂ ਇਹ ਸੀ ਬੱਚਿਓ ਆਪਣੀਆਂ ਸੰਖਿਆਵਾਂ ਦੀ ਜਾਣਕਾਰੀ। ਤੇ ਦੇਖੋ ਆਪਾਂ ਇੱਕ ਜਿਹੜੀ ਸਭ ਤੋਂ ਵਧੀਆ ਇੰਪੋਰਟੈਂਟ ਕੀਤੀ ਹੈ, ਜੋ ਮੈਂ ਤੁਹਾਨੂੰ ਇੱਕ ਟੇਬਲ ਦੇ ਨਾਲ ਸਮਝਾ ਰਿਹਾ, ਇੱਕ ਡਾਇਗਰਾਮ ਬਣਾ ਕੇ ਸਮਝਾ ਰਿਹਾ ਕਿ ਕਿਵੇਂ। ਦੇਖੋ ਸਾਰੀਆਂ ਚੀਜ਼ਾਂ ਯਾਦ ਨਹੀਂ ਹੁੰਦੀਆਂ, ਲੇਕਿਨ ਅਗਰ ਤੁਸੀਂ ਇੱਕ ਡਾਇਗਰਾਮ ਨੂੰ ਦਿਮਾਗ 'ਚ ਰੱਖੋਗੇ ਨਾ ਬੱਚਿਓ, ਉਹ ਤੁਹਾਡੇ ਯਾਦ ਹੋ ਜਾਣਗੀਆਂ। ਕਿਵੇਂ? ਕੁਦਰਤੀ ਸੰਖਿਆਵਾਂ ਨੇ ਬੱਚਿਓ 1 2 3 4, ਇਹ ਸਾਰੀਆਂ ਨੇ ਬੱਚਿਓ ਆਪਣੇ ਕੋਲੇ ਕੁਦਰਤੀ ਸੰਖਿਆਵਾਂ। 0 ਲੱਗ ਗਈ, ਇਹ ਹੋ ਗਈਆਂ ਆਪਣੇ ਕੋਲੇ ਪੂਰਨ ਸੰਖਿਆਵਾਂ। ਮਾਈਨਸ ਹੋ ਗਿਆ, -1 -2 -3 ਵੱਧਦੇ ਜਾ ਰਹੇ ਨੇ, ਇਹ ਹੋ ਗਈਆਂ ਬੱਚਿਓ ਆਪਣੇ ਕੋਲੇ ਸੰਪੂਰਨ ਸੰਖਿਆਵਾਂ, ਹੈ ਨਾ। ਅਤੇ ਬਟਿਆਂ ਦੀਆਂ ਨਾਲ ਆ ਗਈਆਂ ਸਾਰੀਆਂ, -2/3 1/5 -6/4 -3/2 ਕਿੰਨੀਆਂ ਆ ਗਈਆਂ? ਇਹ ਹੋ ਗਈਆਂ ਬੱਚਿਓ ਆਪਣੇ ਕੋਲੇ ਪਰਿਮੇਯ ਸੰਖਿਆਵਾਂ। ਮੈਂ ਇੱਕ ਸ਼ਕਲ ਬਣਾ ਰਿਹਾ, ਤਾਂ ਇਹਦਾ ਮਤਲਬ ਕੀ ਹੋ ਗਿਆ? ਦੇਖੋ ਅੰਦਰੋਂ ਤੋਂ ਬਾਹਰਲੇ ਪਾਸੇ ਜਾਵਾਂਗੇ। ਹਰੇਕ ਕੁਦਰਤੀ ਸੰਖਿਆ ਪੂਰਨ ਸੰਖਿਆ ਹੈ, ਹਰੇਕ ਕੁਦਰਤੀ ਸੰਖਿਆ ਸੰਪੂਰਨ ਸੰਖਿਆ ਹੈ, ਹਰੇਕ ਕੁਦਰਤੀ ਸੰਖਿਆ ਪਰਿਮੇਯ ਸੰਖਿਆ ਹੈ। ਅੰਦਰੋਂ ਤੋਂ ਮੈਂ ਤੀਰ ਦਾ ਨਿਸ਼ਾਨ ਤਾਂ ਹੀ ਲਾਇਆ, ਆਪਾਂ ਅੰਦਰੋਂ ਤੋਂ ਬਾਹਰ ਜਾਣਾ ਹੈ। ਹਰੇਕ ਪੂਰਨ ਸੰਪੂਰਨ ਸੰਖਿਆ ਹੈ, ਹਰੇਕ ਪੂਰਨ ਪਰਿਮੇਯ ਸੰਖਿਆ ਹੈ, ਹਰੇਕ ਸੰਪੂਰਨ ਪਰਿਮੇਯ ਸੰਖਿਆ ਹੈ। ਤਾਂ ਬੱਚਿਓ ਇਹ ਸੀ ਆਪਣੀ ਇੱਕ ਛੋਟੀ ਜਿਹੀ ਇੰਟਰੋਡਕਸ਼ਨ, ਜਿਸ ਤੇ ਆਪਾਂ ਗੱਲ ਕਰਾਂਗੇ, ਜਿਹੜੀ ਤੁਹਾਡੀ ਪਹਿਲੀ ਇਕਾਈ ਦੀ ਗੱਲ ਕਰਨੀ ਹੈ। ਹੁਣ ਇਸ ਤੋਂ ਅੱਗੇ ਆਪਾਂ ਜਿਹੜੀ ਗੱਲ ਕਰਦੇ ਹਾਂ ਬੱਚਿਓ, ਉਹ ਗੱਲ ਕਰਦੇ ਹਾਂ ਪਰਿਮੇਯ ਤੋਂ ਬਿਨਾਂ ਵੀ ਜਿਹੜੀਆਂ ਸੰਖਿਆਵਾਂ ਹੁੰਦੀਆਂ ਨੇ, ਉਹ ਕਿਹੜੀਆਂ ਹੁੰਦੀਆਂ ਬੱਚਿਓ? ਉਹ ਹੁੰਦੀਆਂ ਨੇ ਅਪਰਿਮੇਯ ਸੰਖਿਆਵਾਂ। ਜਿਹੜੀਆਂ ਪਰਿਮੇਯ ਨਾ ਹੋਣ, ਅਪਰਿਮੇਯ ਸੰਖਿਆਵਾਂ। ਨਾਮ ਦੱਸ ਰਿਹਾ ਦੇਖੋ, ਅਪਰਿਮੇਯ ਸੰਖਿਆਵਾਂ, ਇਰਰੈਸ਼ਨਲ ਨੰਬਰਸ, ਇਰਰੈਸ਼ਨਲ ਨੰਬਰਸ। ਤੇ ਬੱਚਿਓ ਇਹਦੇ ਲਈ ਕੋਈ ਸਪੈਸੀਫਿਕ ਸਿੰਬਲ ਨਹੀਂ ਬਣਿਆ ਹੋਇਆ, ਤੇ ਇਹਨੂੰ ਆਪਾਂ ਐਜ਼ ਇਟ ਇਜ਼ ਹੀ ਲਿਖਾਂਗੇ। ਤਾਂ ਹੁਣ ਜਿਵੇਂ ਨਾਮ ਦੱਸ ਰਿਹਾ ਹੈ ਅਪਰਿਮੇਯ ਸੰਖਿਆਵਾਂ, ਅਪਰਿਮੇਯ ਜੋ ਸੰਖਿਆਵਾਂ ਪਰਿਮੇਯ ਨਾ ਹੋਣ, ਜਾਂ ਆਪਾਂ ਇਹ ਕਹਿ ਸਕਦੇ ਹਾਂ ਜਦੋਂ ਕਿਸੇ ਸੰਖਿਆ ਨੂੰ P/Q, ਜਿੱਥੇ Q 0 ਨਹੀਂ, ਅਤੇ P ਅਤੇ Q ਸੰਪੂਰਨ ਸੰਖਿਆਵਾਂ ਨੇ, ਸੰਪੂਰਨ ਸੰਖਿਆਵਾਂ ਹਨ, ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ, ਨਹੀਂ ਦਰਸਾਇਆ ਜਾ ਸਕਦਾ, ਉਹ ਹੁੰਦੀਆਂ ਨੇ ਅਪਰਿਮੇਯ। ਹੁਣ ਕੁਐਸਚਨ ਆ ਗਿਆ, ਇਹ ਜਿਹੀਆਂ ਕਿਹੜੀਆਂ ਸੰਖਿਆਵਾਂ ਨੇ ਜਿਹੜੀਆਂ ਨੂੰ ਆਪਾਂ ਵਟਿਆਂ 'ਚ ਨਹੀਂ ਲਿਖ ਸਕਦੇ? ਬੱਚਿਓ 8ਵੀਂ ਕਲਾਸ 'ਚ ਯਾਦ ਕਰੋ, ਆਪਾਂ ਵਰਗਮੂਲ ਤੇ ਘਨਮੂਲ ਦੀ ਗੱਲ ਕੀਤੀ ਹੋਈ ਹੈ, ਯਾਦ ਆ ਗਿਆ ਨਾ। ਤਾਂ ਜਦੋਂ ਦੇਖੋ ਵਰਗਮੂਲ, ਕੀ ਆਪਾਂ ਹਰੇਕ ਸੰਖਿਆ ਦਾ ਵਰਗਮੂਲ ਪੂਰਨ ਸੰਖਿਆ ਕੱਢ ਸਕਦੇ ਹਾਂ? ਨਹੀਂ ਕੱਢ ਸਕਦੇ, ਕਿਉਂਕਿ ਕੁਝ ਕੁ ਸੰਖਿਆਵਾਂ ਇਹੋ ਜਿਹੀਆਂ ਨੇ, ਜਿਵੇਂ √2, √3, √4 ਆਪਾਂ ਨੂੰ ਪਤਾ ਹੈ ਆਪਾਂ ਹੱਲ ਕਰ ਸਕਦੇ ਹਾਂ। √4 ਜੋ 4 ਦਾ ਵਰਗਮੂਲ ਕੀਤਾ, ਹੱਲ ਕਰਕੇ ਕਿੰਨਾ ਆ ਗਿਆ? 2 ਆ ਗਿਆ। ਤਾਂ ਜਿਹੜੇ ਵਰਗਮੂਲ ਹੱਲ ਨਹੀਂ ਹੁੰਦੇ ਉਹ ਅਪਰਿਮੇਯ ਨੇ, ਪਰ ਜਿਹੜੇ ਹੱਲ ਹੋ ਗਏ, ਇਹ ਹੱਲ ਹੋ ਗਿਆ, ਤਾਂ ਇਹ ਕੀ ਹੈ? ਇਹ ਪਰਿਮੇਯ ਹੈ। ਹੱਲ ਹੋਣਾ ਚਾਹੀਦਾ ਹੈ। ਅਗਰ ਉਹ ਹੱਲ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਉਹ ਕੀ ਹੈ? ਅਪਰਿਮੇਯ ਹੈ। ਤੇ ਜਿਹੜੇ ਹੱਲ ਹੋ ਰਹੇ ਨੇ, √4 2 ਆ ਗਿਆ, ਜਾਂ √9 ਨੂੰ ਆਪਾਂ ਬੱਚਿਓ 3 ਲਿਖ ਸਕਦੇ ਹਾਂ, ਜਾਂ ਆਪਾਂ 8 ਦੇ ਘਨਮੂਲ ਦੀ ਗੱਲ ਕੀਤੀ ਸੀ, ਘਨਮੂਲ ਨੂੰ ਆਪਾਂ 2 ਲਿਖ ਸਕਦੇ ਹਾਂ। ਤਾਂ ਜਿਹੜੇ ਬੱਚੇ ਹੱਲ ਹੋ ਰਹੇ ਨੇ, ਹੱਲ ਹੋ ਕੇ ਇੱਕ ਪੂਰਨ ਸੰਖਿਆ ਬਣ ਰਹੀ ਹੈ, ਇਹਦਾ ਮਤਲਬ ਉਹ ਪਰਿਮੇਯ ਦੇ ਵਿੱਚ ਹੀ ਹੈ। ਪਰ ਜਿਹੜੇ ਹੱਲ ਨਹੀਂ ਹੋ ਰਹੇ, ਵਰਗਮੂਲ ਘਨਮੂਲ, ਉਹ ਕਿਹੜੀਆਂ ਸੰਖਿਆਵਾਂ ਨੇ? ਅਪਰਿਮੇਯ। ਤਾਂ ਬੱਚਿਓ ਮੈਂ ਇਹ ਟੇਬਲ ਹੁਣ ਕੰਪਲੀਟ ਕਰ ਰਿਹਾ। ਤਾਂ ਉਰੇ ਆ ਗਿਆ Q, ਇੱਥੇ ਹੋ ਗਈਆਂ ਸਾਰੀਆਂ ਅਪਰਿਮੇਯ, ਕਿਉਂਕਿ ਅਪਰਿਮੇਯ ਕਿਹੜੀਆਂ ਨੇ? ਜਿਹੜੀਆਂ Q ਨਹੀਂ ਹੈਗੀਆਂ। ਇੱਥੇ ਬੱਚਿਓ ਸਾਰੀਆਂ ਆ ਗਈਆਂ ਅਪਰਿਮੇਯ ਸੰਖਿਆਵਾਂ, ਜਿਸ √2 ਆ ਗਿਆ, √3 ਆ ਗਿਆ, ਕੁਛ ਆ ਗਿਆ। ਤੇ ਜਦੋਂ ਆਪਾਂ ਇਹਨੂੰ ਸਾਰੇ ਨੂੰ ਕੰਪਲੀਟ ਕਰ ਦਾਂਗੇ, ਇਹ ਬਾਕਸ ਨੂੰ ਕੰਪਲੀਟ ਕਰ ਦਾਂਗੇ ਬੱਚਿਓ, ਕੰਪਲੀਟ ਕਰ ਦਾਂਗੇ, ਇਹ ਸੰਖਿਆਵਾਂ ਹੁੰਦੀਆਂ ਆਪਣੇ ਕੋਲੇ ਵਾਸਤਵਿਕ ਸੰਖਿਆਵਾਂ। ਹਾਂਜੀ, ਵਾਸਤਵਿਕ ਸੰਖਿਆਵਾਂ ਜਿਹਨੂੰ ਬੋਲਦੇ ਨੇ
ਰੀਅਲ ਨੰਬਰਸ। ਤਾਂ ਫਿਰ ਬੱਚਿਓ ਦੇਖੋ ਵਾਸਤਵਿਕ ਸੰਖਿਆਵਾਂ ਕਿਹੜੀਆਂ ਹੋ ਗਈਆਂ ਬੱਚਿਓ ਆਪਣੇ ਕੋਲੇ, ਜਿਹੜੀਆਂ ਪ੍ਰਮੇय ਵੀ ਨੇ, ਕਿਉਂਕਿ ਵਾਸਤਵਿਕ ਦੇਖੋ ਬੱਚਿਓ ਦੋ ਚੀਜ਼ਾਂ ਆ ਗਈਆਂ, ਉਹ ਸੰਖਿਆਵਾਂ ਜਿਹੜੀਆਂ ਪ੍ਰਮੇय ਵੀ ਨੇ ਅਤੇ ਅਪਰਮੇय ਵੀ ਨੇ, ਉਹ ਸਾਰੀਆਂ ਕਿਹੜੀਆਂ ਸੰਖਿਆਵਾਂ ਹੁੰਦੀਆਂ ਬੱਚਿਓ ਵਾਸਤਵਿਕ। ਇਹ ਆਪਣਾ ਇੱਕ ਪੂਰਾ ਚਾਰਟ ਬਣ ਗਿਆ। ਤਾਂ ਇਹਦਾ ਦੇਖੋ ਆ ਜਿੱਥੇ ਜਿੱਥੇ ਗੋਲ ਚੱਕਰ ਹੈ ਇਹ ਅਪਰਮੇय ਹੈ, ਪਰ ਇਹ ਬਾਹਰ ਆ ਗਿਆ, ਇਹਦਾ ਮਤਲਬ ਇਹ ਪ੍ਰਮੇय ਨਾਲ ਸੰਬੰਧਿਤ ਨਹੀਂ ਹੈਗਾ। ਤਾਂ ਇਹ ਹੋ ਗਈਆਂ ਬੱਚਿਓ ਵਾਸਤਵਿਕ ਸੰਖਿਆਵਾਂ। ਇੱਕ ਮੈਂ ਸਭ ਤੋਂ ਇੰਪੋਰਟੈਂਟ ਗੱਲ ਇੱਥੇ ਦੱਸਣ ਜਾ ਰਿਹਾ ਜਿਸ ਦੇ ਵਿੱਚ ਕਿਤੇ ਨਾ ਕਿਤੇ ਡਾਊਟ ਬੱਚਿਆਂ ਦੇ ਮਾਈਂਡ 'ਚ ਰਹਿੰਦਾ ਹੈ, ਤੇ ਮੈਂ ਉਮੀਦ ਕਰੂੰਗਾ ਤੁਹਾਨੂੰ ਚੀਜ਼ ਸਮਝ ਆਣੀ ਹੈ। ਇੱਕ ਬੱਚਿਓ ਸਭ ਤੋਂ ਇੰਪੋਰਟੈਂਟ ਕੁਐਸਚਨ ਪਤਾ ਕੀ ਹੈ, ਪਾਈ ਬਾਰੇ। ਪਾਈ ਦਾ ਨਾਮ ਤੁਸੀਂ ਸੁਣ ਚੁੱਕੇ ਹੋ। ਪਾਈ ਪ੍ਰਮੇय ਸੰਖਿਆ ਹੈ ਜਾਂ ਅਪਰਮੇय? ਇੱਕ ਬਹੁਤ ਵਧੀਆ ਕੁਐਸਚਨ ਹੈ ਤੇ ਇੰਪੋਰਟੈਂਟ ਕੁਐਸਚਨ ਹੈ ਜੋ ਮਾਈਂਡ 'ਚ ਰਹਿੰਦਾ ਹੈ ਕਿ ਪਾਈ ਕੀ ਹੈ, ਪ੍ਰਮੇय ਜਾਂ ਅਪਰਮੇय। ਕਿਉਂਕਿ ਆਪਾਂ 8ਵੀਂ ਕਲਾਸ ਵਿੱਚ ਪਾਈ ਬਾਰੇ ਗੱਲ ਕੀਤੀ ਆ, ਆਪਾਂ ਚੱਕਰ ਦੇ ਖੇਤਰਫਲ ਬਾਰੇ 7ਵੀਂ ਕਲਾਸ ਪੜ੍ਹਦੇ ਆ ਰਹੇ ਹਾਂ, ਪਾਈ ਆਰ ਦੀ 2, ਚੱਕਰ ਦਾ ਘੇਰਾ 2 ਪਾਈ ਆਰ। ਤਾਂ ਦੋਸਤੋ ਗੱਲ ਇਹ ਹੈ ਪਾਈ ਕਿਹੜੀ ਹੈ, ਪ੍ਰਮੇय ਮਤਲਬ ਇਹਨੂੰ ਆਪਾਂ ਬਟਿਆਂ 'ਚ ਲਿਖ ਸਕਦੇ ਹਾਂ ਜਾਂ ਅਪਰਮੇय ਨਹੀਂ ਲਿਖ ਸਕਦੇ। ਤਾਂ ਬੱਚੋ ਇਸ ਚੀਜ਼ ਤੇ ਆਪਾਂ ਗੱਲ ਕਰਨੀ ਆ ਹੁਣ ਕਿ ਪਾਈ ਪ੍ਰਮੇय ਹੈ ਜਾਂ ਅਪਰਮੇय ਹੈ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਇਸ ਕੁਐਸਚਨ ਦੀ ਜਿਹੜੀ ਚਰਚਾ ਬੱਚੋ ਆਪਾਂ ਕਰਾਂਗੇ, ਆਪਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਕਰਾਂਗੇ। ਇਹਨੇ ਤੁਸੀਂ ਸੋਚ ਕੇ ਦੇਖਿਓ ਕਿ ਇਹ ਕੀ ਹੈ ਤੇ ਇਹਦੀ ਚਰਚਾ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ। ਹੈਲੋ ਬੱਚਿਓ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੇ ਲੈਕਚਰ ਦੇ ਵਿੱਚ ਆਪਾਂ ਸੰਖਿਆ ਪ੍ਰਣਾਲੀ ਦੇ ਪੂਰੇ ਨੰਬਰ ਸਿਸਟਮ ਦੀ ਗੱਲ ਕੀਤੀ ਸੀ, ਆਪਾਂ ਵਾਸਤਵਿਕ ਸੰਖਿਆਵਾਂ ਦੀ ਗੱਲ ਕੀਤੀ ਸੀ, ਪ੍ਰਮੇय ਅਪਰਮੇय ਬਾਰੇ ਗੱਲ ਕੀਤੀ ਸੀ, ਆਪਾਂ ਸੰਖਿਆ ਰੇਖਾ ਨੂੰ ਪੂਰਾ ਡਿਟੇਲ 'ਚ ਗੱਲ ਕਰਕੇ ਹਟੇ ਸੀ। ਤੇ ਇਸ ਲੈਕਚਰ ਦੇ ਵਿੱਚ ਬੱਚਿਓ ਜਿਹੜੀ ਆਪਾਂ ਗੱਲ ਕਰਨੀ ਹੈ, ਆਪਾਂ ਉਹਨਾਂ ਦੇ ਦਸ਼ਮਲਵ ਵਿਸਤਾਰ ਦੀ ਗੱਲ ਕਰਨੀ ਹੈ। ਡੈਸੀਮਲ ਰਿਪਰੈਜ਼ੈਂਟੇਸ਼ਨ ਉਹ ਕਿਸ ਰੂਪ 'ਚ ਹੁੰਦੇ ਨੇ, ਆਪਾਂ ਦਸ਼ਮਲਵਾਂ ਬਾਰੇ ਗੱਲ ਕਰ ਚੁੱਕੇ ਹਾਂ ਬੱਚਿਓ। ਹੁਣ ਤੱਕ ਆਪਾਂ ਜਿੰਨੇ ਵੀ ਕੁਐਸਚਨ ਦਸ਼ਮਲਵ ਵਾਲੇ ਕੀਤੇ ਆ, ਆਪਾਂ ਨਾਰਮਲ ਦੇਖੋ ਮੈਂ ਛੋਟੀ ਐਗਜ਼ਾਮਪਲ ਲਿਖ ਰਿਹਾ 2.4 0.625 1.678। ਇਸ ਅਕੋਰਡਿੰਗ ਆਪਾਂ ਦਸ਼ਮਲਵ ਨੂੰ ਵਟਿਆਂ 'ਚ ਭਿੰਨਾਂ 'ਚ ਬਦਲਿਆ ਹੋਇਆ ਹੈ ਨਾ। ਤਾਂ ਹੁਣ ਆਪਾਂ ਇੱਥੇ ਦਸ਼ਮਲਵ ਵਿਸਤਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਬੱਚਿਓ ਮੈਂ ਕੁਝ ਐਗਜ਼ਾਮਪਲ ਲੈ ਕੇ ਪਹਿਲਾਂ ਦਿਖਾਣਾ, ਕਿਉਂਕਿ ਉਸ ਤੋਂ ਬਾਅਦ ਕਲੀਅਰ ਕਰੂੰਗਾ ਕਿ ਐਕਚੁਅਲੀ ਕਰਨਾ ਕੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਦਾਹਰਨ 17/4 ਦੀ। ਆਪਾਂ 17/4 ਨੂੰ ਵੰਡਿਆ, ਆਪਾਂ ਨੂੰ ਪਤਾ ਨਿਚਲੀ ਰਕਮ ਬਾਹਰ ਉੱਪਰਲੀ ਅੰਦਰ, ਚੌਕਮ ਚੌਕੀ 16 1। ਹੁਣ ਕਿਉਂਕਿ ਦਸ਼ਮਲਵ ਚਾਹੀਦਾ ਬੱਚਿਓ ਆਪਾਂ ਨੂੰ, ਤਾਂ ਦਸ਼ਮਲਵ ਦੇ ਲਈ ਆਪਾਂ ਕੀ ਕਰਾਂਗੇ, ਆਪਾਂ ਉਰੇ ਇੱਕ ਪੁਆਇੰਟ ਲਾ ਦਾਂਗੇ। ਇੱਥੇ ਵੀ ਆਪਣਾ ਕੀ ਲੱਗ ਗਿਆ ਬੱਚਿਓ, ਪੁਆਇੰਟ ਲੱਗ ਗਿਆ। ਆ 0 ਨੀਚੇ, 4 ਦੂਣੀ 8, 1 0 ਬੱਚਿਓ ਹੋਰ ਲੱਗ ਗਈ, ਘਟਾਇਆ 20। ਤਾਂ ਇਹਦਾ ਮਤਲਬ ਇਹਨੂੰ ਹੱਲ ਕੀਤਾ ਬੱਚਿਓ ਆਪਣੇ ਕੋਲ ਕਿੰਨਾ ਆ ਗਿਆ, 4.25। ਆਪਾਂ ਬੱਚਿਓ ਇੱਕ ਉਦਾਹਰਨ ਹੋਰ ਲੈ ਰਹੇ ਹਾਂ 7/8। ਛੋਟੀ ਵੱਡੀ ਤੋਂ ਹੁਣ ਇੱਥੇ ਬੱਚਿਓ ਛੋਟੀ ਨਿਚਲੀ ਹਰ ਬਾਰ, ਛੋਟੀ ਵੱਡੀ ਦਾ ਕੋਈ ਚੱਕਰ ਨਹੀਂ ਹੁੰਦਾ, ਹਰ ਬਾਰ ਹੁੰਦਾ 7। 8 ਦੇ ਪਹਾੜ ਤੇ ਨਹੀਂ ਜਾਂਦਾ ਤਾਂ 8 0 0, 7 ਚੋਂ 0 ਘਟਾਈ 7। ਹੁਣ ਆਪਾਂ ਬੱਚਿਓ ਲਾਇਆ ਦਸ਼ਮਲਵ, ਤੇ ਜੋ ਦਸ਼ਮਲਵ ਲਗਾਇਆ ਇੱਥੇ 0 ਲੱਗ ਗਈ, ਇੱਥੇ ਦਸ਼ਮਲਵ ਲੱਗ ਗਿਆ ਹੈ ਨਾ। ਨੀਚੇ 0, 8 8 64, 6 1 0 ਹੋਰ, 8 7 56, 4 1 0 ਹੋਰ, 8 5 40। ਤਾਂ ਇਹ ਵੀ ਕੰਪਲੀਟ ਵੰਡਿਆ ਗਿਆ, ਵੰਡ ਕੇ ਕਿੰਨਾ ਆ ਗਿਆ 0.875। ਠੀਕ। ਤੀਸਰੀ ਉਦਾਹਰਨ ਬੱਚਿਓ ਆਪਾਂ ਲੈ ਰਹੇ ਹਾਂ 22/3 ਦੇ। 3 ਬਾਰ 22 ਅੰਦਰ, 7 21, 2 ਚ ਘਟਾਇਆ 1, 2 ਚ 2 0। ਹੁਣ ਇੱਥੇ ਲੱਗ ਗਿਆ 0.0, 0 ਨੀਚੇ, 3 9, ਫਿਰ 1, ਫਿਰ 0, 3 9, ਫਿਰ 1, ਫਿਰ 0। ਤਾਂ ਬੱਚਿਓ ਇੱਥੇ ਆਪਾਂ ਕੀ ਦੇਖ ਰਹੇ ਹਾਂ ਕਿ ਬਾਰ-ਬਾਰ 1 ਆਈ ਜਾਣਾ ਨਾ। ਤਾਂ ਇਹਦਾ ਮਤਲਬ ਕੀ ਹੈ, ਇੱਥੇ ਜਿਹੜਾ 3 ਹੈ ਉਹ ਬਾਰ-ਬਾਰ
आई जाना है ना। सही है ना मेरी गल। एक उदाहरण मैं होर लै रहा इत्थे, थोड़ा जिहा मैं होर क्लीयर कर रहा। आपां बच्चों वंड रहे हैं चौथी उदाहरण 22/7। 22/7 तो 7 नूं मैं सॉरी 22 नूं 7 नाल वंडिया, 7 या 21 1, तो बच्चों इत्थे लग गया दशमलव, 0 आ गई, इत्थे दशमलव लग गया। इनू आप नीचे लेके आ गए, 7 एकम 7 3 0, 7 चौका 28 2 0, 7 दूनी 14 6 0 60, 8 7 56 4 0 आजू बच्चों इत्थों, 7 5 35 5, फिर 0 आ गई, 7 7 49 1, तो ध्यान नाल देखो रिपीट हो गया है ना, क्योंकि जो आप इनू हल करांगे 7 एकम 7 आ जाना है। ठीक है, तो यदा मतलब ये रिपीट होना शुरू हो गया। जे ये रिपीट होना शुरू हो गया तो अगली ये दोबारा फिर अपने कोले बच्चों रिपीट होना शुरू हो जू जो आप इनू अगे भी अगे वधाते जावांगे। तो इत्थे आपां की चीज़ां देखिए बच्चों, आपां दो देखिए, जां तां जिहड़ा बाकी है खत्म हो गया 0 आ गया, या बाकी की है खत्म नहीं हो रहा, वो बार बार आ रहा है या कुछ कुछ स्टैप्स तो बाद आ रहा है ना मेरी गल। या तो बाकी बच्चों खत्म हो गया या बाकी कुछ कुछ स्टैप्स तो बाद आ रहा है। तो ये दो टाइप्स की आप गल कर रहे हैं। जेड़ा तो बच्चों बाकी खत्म हो गया, जेड़ा खब्बा पासा इस टाइम बोर्ड का वो हुंदा है शांत, वो शांत हो गया, उन्होंने बोलते हैं आप शांत दशमलव। शांत हो गया, खत्म हो गया। तो जिथे बार बार आ रहा बच्चों वो हुंदे ने अशांत दशमलव। ठीक, क्लीयर पहली गल। ये हो गए शांत, ये हो गए अशांत। अगे ये भी अशांत की टाइप है, ये है ने आवर्ती रिकरिंग, इनू आप बोलते हैं टर्मीनेटिंग डेसीमल, टर्मीनेटिंग डेसीमल, एंड दिस इज नॉन टर्मीनेटिंग डेसीमल। आवर्ती नू बोलते हैं बच्चों आप रिकरिंग, रिपीट हो रहा है, रिपीट हो रहा है। तो रिकरिंग का मतलब आवर्ती में कुछ फिक्स स्टैप तो बाद इत्थे की है 3 3 3 3 नाल दी नाल आ रहा है, लेकिन इत्थे ये 6 स्टैप्स तो बाद रिपीट हो रहा है, 6 स्टैप्स ये आ रहे हैं। तो फिर जो इनू लिखांगे इनू आप बच्चों शॉर्ट फॉर्म दे विच लिख रहे हैं। इत्थे केड़ा रिपीट हो रहा है, 3 रिपीट हो रहा है, तो 7.3 बार, ये बार बार आ रहा है, ये अशांत है। तो बच्चों फिर इत्थे जो मैं गल करूँगा, इत्थे अपने कोल की हो रहा देखो 1 4 2 8 5 7, ये 6 दे 6 अंक बार बार आ रहे हैं। तो ये हो गया शांत, तो ये हो गया अशांत आवर्ती नॉन टर्मीनेटिंग रिकरिंग डेसीमल, क्योंकि ये भी बटे च है। जी सब तो इंपॉर्टेंट गल है बच्चों, ये भी बटे च है ना, तो दोनों बटे च ने। तो आपां नूं पता है बटियां वाली संख्या पी बटे क्यू वाली संख्या किहड़ी हुंदी है, प्रमेय संख्या हुंदी है। तो इत्थे बच्चों आप प्रमेय संख्या की एक परिभाषा नाल होर हो चुकी की होगी, प्रमेय संख्या किहड़ी होगी बच्चों, एक तो आपां कीती है जिहड़ी पी बटे क्यू रूप च होवे ते क्यू 0 ना होवे, ते दशमलव के रूप विच जो संख्या शांत दशमलव अते अशांत आवर्ती दशमलव के रूप विच है, अशांत आवर्ती दशमलव के रूप विच है, वो किहड़ी हुंदी है, वो प्रमेय संख्या हुंदी है। तो यह होगी यदि दशमलव के विस्तार दे विच परिभाषा। तो अपने कोले 2 दशमलव आ गए, शांत अशांत ते आवर्ती। हुण बच्चों ये तो होगी प्रमेय संख्या, कि प्रमेय संख्या किस रूप हुंदी है, शांत अते अशांत आवर्ती। हुण क्वेश्चन ये उठदा है अप्रमेय का की करिए, क्योंकि अप्रमेय की आपां की गल कीती है बच्चों, की कीती है जिहड़ी प्रमेय ना होवे तो उहदा किहड़ा रूप है जिहड़ा
दशमलव रूप, क्योंकि देखो दशमलव शांत भी हो गया अशांत भी हो गया। अपने कोल बच्चों दशमलव दे दो रूप आपां देख ले, किहड़े किहड़े देख ले, एक तो शांत देख लिया, एक आपां अशांत देख लिया। टर्मीनेटिंग नॉन टर्मीनेटिंग, ਇਹਦੇ ਵਿੱਚ ਬੱਚਿਓ ਆਪਾਂ ਇੱਕ ਆਵਰਤੀ ਕਰ ਲਿਆ ਰਿਕਰਿੰਗ। ਤਾਂ ਹੁਣ ਸ਼ਾਂਤ ਕਿਹੜਾ ਹੋ ਗਿਆ, ਪ੍ਰਮੇय, ਕਿਉਂਕਿ ਆਪਾਂ ਨੂੰ ਬਟੇ 'ਚ ਲਿਖ ਸਕਦੇ ਹਾਂ। ਅਸ਼ਾਂਤ ਆਵਰਤੀ ਵੀ ਕੀ ਹੋ ਗਿਆ, ਪ੍ਰਮੇय, ਕਿਉਂਕਿ ਉਹਨੂੰ ਵਟੇ 'ਚ ਲਿਖ ਸਕਦੇ ਹਾਂ। ਤਾਂ ਹੁਣ ਸਮੱਸਿਆ ਆ ਗਈ ਬੱਚਿਓ ਅਪਰਮੇय ਸੰਖਿਆ ਦਾ ਕਿਹੜਾ ਹੋਊਗਾ, ਕਿਉਂਕਿ ਆਪਾਂ ਜਿਹੜੀ ਗੱਲ ਕੀਤੀ ਹੈ ਅਪਰਮੇय ਸੰਖਿਆਵਾਂ ਇਰਰੈਸ਼ਨਲ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਪ੍ਰਮੇय ਨਾ ਹੋਣ। ਤਾਂ ਇਹਦਾ ਮਤਲਬ ਜਿਹੜਾ ਤੀਜਾ ਰੂਪ ਇੱਥੇ ਰਹਿ ਗਿਆ, ਤਾਂ ਉਹ ਸੰਖਿਆਵਾਂ ਜੋ ਅਸ਼ਾਂਤ ਅਨਆਵਰਤੀ ਹੋਣ, ਉਹ ਕਿਹੜੀਆਂ ਹੁੰਦੀਆਂ ਨੇ, ਅਪਰਮੇय। ਇੱਥੇ ਤੀਜੀ ਸਟੇਜ ਆ ਗਈ ਹੈ ਇਸ ਦੀ ਅਨਆਵਰਤੀ, ਨॉन ਰਿਕਰਿੰਗ। ਤੇ ਇਹ ਕੀ ਲਿਖਿਆ ਸੀ ਆਪਾਂ ਬੱਚਿਓ, ਰਿਕਰਿੰਗ। ਇਹ ਲਿਖਿਆ ਸੀ ਆਪਾਂ ਨॉन ਟਰਮੀਨੇਟਿੰਗ, ਤੇ ਇਹ ਲਿਖਿਆ ਸੀ ਆਪਾਂ ਬੱਚਿਓ ਟਰਮੀਨੇਟਿੰਗ। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ, ਜਿਹੜੇ ਦਸ਼ਮਲਵ ਸ਼ਾਂਤ ਤੇ ਅਸ਼ਾਂਤ ਆਵਰਤੀ ਨੇ ਉਹ ਕਿਹੜੇ ਨੇ, ਪ੍ਰਮੇय ਸੰਖਿਆਵਾਂ ਦੇ ਰੂਪ 'ਚ ਨੇ, ਉਹਨੂੰ ਆਪਾਂ ਬਟਨ 'ਚ ਲਿਖ ਸਕਦੇ ਹਾਂ। ਪਰ ਜਿਹੜਾ ਅਸ਼ਾਂਤ ਅਨਾਵਰਤੀ ਆ ਗਿਆ ਬੱਚਿਓ, ਉਹ ਕਿਹੜਾ ਹੋ ਗਿਆ, ਅਪਰਮੇय ਸੰਖਿਆ ਹੋ ਗਈ, ਇਰਰੈਸ਼ਨਲ ਨੰਬਰ ਹੋ ਗਈ। ਪਿਛਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੱਕ ਕੁਐਸਚਨ ਛੱਡਿਆ ਸੀ ਪਾਈ ਬਾਰੇ, ਅਗਰ ਤੁਹਾਡੇ ਯਾਦ ਹੋਵੇ ਤਾਂ ਕੁਐਸਚਨ ਨੂੰ ਮੈਂ ਦੁਬਾਰਾ ਰਿਪੀਟ ਕਰ ਰਿਹਾ। ਕੁਐਸਚਨ ਕੀ ਸੀ ਬੱਚਿਓ, ਕਿ ਜਿਹੜੀ ਪਾਈ ਹੈ ਉਹ ਪ੍ਰਮੇय ਹੈ ਜਾਂ ਅਪਰਮੇय। ਹੁਣ ਤੱਕ ਤੁਸੀਂ ਉਸ ਤੇ ਸਟੱਡੀ ਕਰ ਲਈ ਹੋਣੀ ਹੈ ਕਿ ਪਾਈ ਪ੍ਰਮੇय ਹੈ ਜਾਂ ਅਪਰਮੇय। ਤੇ ਤੁਸੀਂ ਸਭ ਨੇ ਕੀ ਕਿਹਾ ਹੋਣਾ, ਪ੍ਰਮੇय। ਮੈਂ ਉਮੀਦ ਤੁਹਾਨੂੰ ਪਤਾ ਹੈ ਤੁਸੀਂ ਪ੍ਰਮੇय ਦੀ ਗੱਲ ਕੀਤੀ ਹੋਣੀ ਹੈ। ਕਿਉਂ, ਕਿਉਂਕਿ ਆਪਾਂ ਨੂੰ ਪਤਾ ਹੈ ਜਾਂ ਆਪਾਂ ਕੁਐਸਚਨ ਕੀਤਾ ਹੈ ਪਾਈ ਦੀ ਕੀਮਤ ਕੀ ਹੈ, 22/7 ਹੈ ਜਾਂ 3.14 ਹੈ। ਇਹ ਬਟਿਆਂ 'ਚ ਹੈ, ਇਹ ਸ਼ਾਂਤ ਹੈ, ਤੇ ਆਹ ਦੋਨੋਂ ਕੀ ਨੇ, ਪ੍ਰਮੇय ਸੰਖਿਆਵਾਂ ਨੇ। ਇਸ ਕਰਕੇ ਪਾਈ ਕੀ ਹੈ, ਪ੍ਰਮੇय ਸੰਖਿਆ। ਪਰ ਇਹ ਗਲਤ ਹੈ। ਪਾਈ ਅਸਲ ਦੇ ਵਿੱਚ ਕੀ ਹੈ ਬੱਚਿਓ, ਪਾਈ ਚੱਕਰ ਦਾ ਘੇਰਾ ਅਤੇ ਵਿਆਸ ਦਾ ਅਨੁਪਾਤ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਗੱਲ ਧਿਆਨ 'ਚ ਰੱਖਣੀ ਹੈ, ਚੱਕਰ ਦਾ ਘੇਰਾ ਅਤੇ ਵਿਆਸ ਦਾ ਅਨੁਪਾਤ ਹੈ। ਮਤਲਬ ਜਿਹੜੀ ਪਾਈ ਦੀ ਕੀਮਤ ਨਿਕਲਦੀ ਹੈ ਚੱਕਰ ਦੇ ਘੇਰੇ ਅਤੇ ਵਿਆਸ ਨੂੰ ਵੰਡ ਕਰਕੇ ਨਿਕਲਦੀ ਹੈ। ਪਹਿਲਾਂ ਤਾਂ ਇਹ ਗੱਲ ਯਾਦ ਰੱਖਣੀ ਹੈ। ਇੱਕ ਐਕਟੀਵਿਟੀ ਤੁਸੀਂ ਵੀ ਕੀਤੀ ਹੋਣੀ ਹੈ, ਆਪਾਂ ਇੱਥੇ ਬਟਨ ਲਾਏ ਹੋਏ ਨੇ, ਕਿੰਨੇ ਹੀ ਬਟਨ, ਤੇ ਇੱਕ ਆਪਾਂ ਵਿਆਸ ਤੇ ਬਟਨ ਲਾਏ ਹੋਏ ਨੇ। ਆਪਾਂ ਐਕਟੀਵਿਟੀ ਕੀਤੀ ਹੋਈ ਹੈ ਬੱਚਿਓ ਇਸ ਚੀਜ਼ ਦੀ, ਆਪਾਂ ਸਾਰੇ ਬਟਨ ਲਗਾ ਕੇ, ਤਾਂ ਜਿੰਨੇ ਬਟਨ ਇਸ ਤੇ ਲੱਗਦੇ ਆ ਉਹਨੇ, ਜਿੰਨੇ ਬਟਨ ਇਸ ਤੇ ਲੱਗਦੇ ਆਪਾਂ ਦੋਹਾਂ ਦੀ ਵੰਡ ਕਰਦੇ ਹੁੰਦੇ ਹੈ ਨਾ, ਆਪਾਂ ਕਰਦੇ ਨਾ। ਆਪਾਂ ਐਕਟੀਵਿਟੀ ਛੋਟੀ ਕਲਾਸ ਕੀਤੀ ਹੋਈ ਹੈ, ਤਾਂ ਪਾਈ ਉੱਥੋਂ ਨਿਕਲਦੀ ਹੈ। ਹੁਣ ਸਮੱਸਿਆ ਇਹ ਆ ਗਈ, ਇਹਨੂੰ ਕੱਢਣਾ ਕਿਵੇਂ ਹੈ। ਤਾਂ ਬੱਚਿਓ ਜਿਹੜੇ ਮੈਥਮੈਟੀਸ਼ੀਅਨਸ ਹੋਏ ਨੇ, ਆਪਣੇ ਮੈਥ ਵਿਗਿਆਨੀ ਹੋਏ ਨੇ, ਮਹਾਨ ਮੈਥ ਵਿਗਿਆਨੀ ਹੋਏ ਨੇ, ਉਹਨਾਂ ਨੇ ਕੀ ਕੀਤਾ ਹੈ, ਪਾਈ ਦੀ ਕੀਮਤ ਦਸ਼ਮਲਵ ਦੇ ਕਈ ਲੱਖਾਂ ਕਰੋੜਾਂ ਅੰਕਾਂ ਤੱਕ ਕੱਢ ਲਈ। ਉਰੇ ਮੈਂ ਸਿਰਫ 4 ਅੰਕ ਲਿਖੇ ਨੇ, ਉਹਨਾਂ ਨੇ ਕਈ ਲੱਖਾਂ ਕਰੋੜਾਂ ਤੱਕ ਦਸ਼ਮਲਵ ਦੀ ਇਹਦੀ ਕੀਮਤ ਕੱਢ ਲਈ। ਤੇ ਉਹਨਾਂ ਨੇ ਕੀ ਦੇਖਿਆ, ਜਿਹੜੇ ਇਹ ਦਸ਼ਮਲਵ ਨੇ ਨਾ ਤਾਂ ਖਤਮ ਹੋ ਰਹੇ ਨੇ, ਸ਼ਾਂਤ ਹੈ, ਨਾ ਕਿਸੇ ਸਿਸਟਮ ਦੇ ਵਿੱਚ ਰਿਪੀਟ ਹੋ ਰਹੇ ਨੇ, ਉਹ ਅਨਾਵਰਤੀ ਨੇ। ਮਤਲਬ ਜਿਹੜਾ ਇਹਦਾ ਦਸ਼ਮਲਵ ਦਾ ਫਾਰਮੈਟ ਹੈ ਬੱਚਿਓ, ਉਹ ਅਸ਼ਾਂਤ ਅਨਾਵਰਤੀ ਹੈ। ਲੱਖਾਂ ਕਰੋੜਾਂ ਅੰਕਾਂ ਤੱਕ ਇਹਨੂੰ ਹੱਲ ਕਰ ਲਿਆ ਤੇ ਕੀ ਲੱਭਿਆ, ਨਾ ਤਾਂ ਇਹ ਖਤਮ ਹੋ ਰਹੇ ਹੈ, ਨਾ ਇਹ ਆਵਰਤੀ ਹੈ, ਇਹ ਰਿਪੀਟ ਹੋ ਰਹੇ ਨੇ, ਇਹ ਮਿਕਸ ਹੋ ਰਹੇ ਨੇ, ਇਹ ਅਸ਼ਾਂਤ ਅਨਾਵਰਤੀ ਰੂਪ ਦੇ ਵਿੱਚ ਹੈ। ਤੇ ਜੇ ਇਹ ਅਸ਼ਾਂਤ ਅਨਾਵਰਤੀ ਰੂਪ 'ਚ ਹੈ ਤੇ ਇਹਦਾ ਮਤਲਬ ਇਹ ਕਿਹੜੀ ਸੰਖਿਆ ਹੋ ਗਈ, ਪ੍ਰਮੇय ਸੰਖਿਆ ਹੋ ਗਈ, ਅਪਰਮੇय ਸੰਖਿਆ ਹੋ ਗਈ। ਹੁਣ ਗੱਲ ਆ ਗਈ 22/7 ਜਾਂ 3.14 ਦੀ। ਬੱਚਿਓ ਇਹਦੀਆਂ ਆਪਾਂ 3 ਕੀਮਤਾਂ ਨਾਰਮਲ ਵਰਤ ਕੇ ਚੱਲਦੇ ਹਾਂ, 22/7 ਜਾਂ 3.14, ਤੇ 10ਵੀਂ 'ਚ ਵੀ ਆਪਾਂ ਵਰਤਾਂਗੇ ਇੱਕ ਕੀਮਤ ਇਹਦੀ 355/113। 3 ਕੀਮਤਾਂ ਤੇ ਮੈਂ ਗੱਲ ਕਰ ਰਿਹਾ। ਹੁਣ ਕਿਉਂਕਿ
ਇਹ ਪਾਈ ਜੋ ਚਿੰਨ੍ਹ ਦਿੱਤਾ ਗਿਆ ਹੈ, ਕੀਮਤ ਦਿੱਤੀ ਗਈ ਹੈ, ਇੱਕ ਚੱਕਰਾਕਾਰ ਸ਼ੇਪ ਨੂੰ ਦਿੱਤੀ ਗਈ ਹੈ। ਤੇ ਆਪਣੇ ਦੈਨਿਕ ਜੀਵਨ ਦੇ ਵਿੱਚ ਚੱਕਰਾਕਾਰ ਕੀਮਤਾਂ ਬਹੁਤ ਚੀਜ਼ਾਂ ਨੇ ਆਪਣੇ ਆਲੇ ਦੁਆਲੇ। ਤੁਸੀਂ ਸੋਚ ਸਕਦੇ ਹੋ ਪਲੇਟ ਹੈ, ਕੋਈ ਗੇਂਦ ਦੀ ਗੱਲ ਕਰਦਾ, ਗਲਾਸ ਸਿਲੰਡਰ ਸ਼ੇਪ 'ਚ ਉਹਦੇ ਨੀਚੇ ਚੱਕਰ ਹੈ। ਤਾਂ ਚੱਕਰਾਕਾਰ ਕੀਮਤਾਂ ਨੂੰ ਹੱਲ ਕਰਨ ਦੇ ਲਈ ਪਾਈ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜਦੋਂ ਆਪਾਂ ਇਹ ਦਸ਼ਮਲਵ ਲਵਾਂਗੇ, ਇਹ ਹੱਲ ਨਹੀਂ ਹੋਣਾ। ਤਾਂ ਮੈਥ ਵਿਗਿਆਨੀਆਂ ਨੇ ਕੀ ਕੀਤਾ, ਇਹਦੇ ਪਹਿਲੇ 2 ਅੰਕਾਂ ਨੂੰ ਇੱਕ ਫਿਕਸ ਕਰ ਲਿਆ ਕਿ ਪਹਿਲੇ 2 ਅੰਕ ਪਾਈ ਦੀ ਵੈਲਿਊ ਕੱਢਣ ਦੇ ਲਈ ਸਹੀ ਨੇ। ਤਾਂ ਜੇ ਤੁਸੀਂ ਇਹਨੂੰ ਵੰਡ ਕੇ ਦੇਖੋਗੇ ਤੇ ਇਹਨੂੰ ਵੰਡ ਕੇ ਦੇਖੋਗੇ, ਪਹਿਲੇ 2 ਅੰਕ ਤੁਹਾਡੇ 3.14 ਹੀ ਆਉਣਗੇ। ਤਾਂ ਜਿਹੜੀਆਂ ਇਹਦੀਆਂ ਕੀਮਤਾਂ ਨੇ, ਅਸਲ ਦੇ ਵਿੱਚ ਇਹਦੀਆਂ ਲਗਭਗ ਕੀਮਤਾਂ ਨੇ, ਇਹ ਲਗਭਗ ਦਾ ਨਿਸ਼ਾਨ ਹੁੰਦਾ, ਇਹਦੀਆਂ ਲਗਭਗ ਕੀਮਤਾਂ ਨੇ, ਇਹਦੀਆਂ ਅਸਲ ਕੀਮਤਾਂ ਨਹੀਂ ਹੈਗੀਆਂ। ਨੋ ਡਾਊਟ ਇਹ ਪ੍ਰਮੇय ਹੈ, ਪਰ ਇਹ ਇਹਦੀਆਂ ਅਪਰੋਕਸੀਮੇਟ ਕੀਮਤਾਂ ਨੇ। ਤੇ ਪਾਈ ਦੀ ਖਾਸੀਅਤ, ਪਾਈ ਕਿਸ ਰੂਪ 'ਚ ਹੈ, ਅਸ਼ਾਂਕ ਅਨਵਰਤੀ ਰੂਪ ਦੇ ਵਿੱਚ ਹੈ। ਤਾਂ ਪਾਈ ਕੀ ਹੋਗੀ, ਅਪਰਮੇय ਸੰਖਿਆ ਹੋਗੀ। ਤਾਂ ਦੋਸਤੋ ਇਹ ਹੋ ਗਿਆ ਆਪਣਾ ਵਾਸਤਵਿਕ ਸੰਖਿਆਵਾਂ ਦਾ ਦਸ਼ਮਲਵ। ਪਿਛਲੇ ਪਾਰਟ 'ਚ ਜੋ ਆਪਾਂ ਗੱਲ ਕੀਤੀ ਸੀ, ਆਪਾਂ ਪ੍ਰਮੇय ਸੰਖਿਆਵਾਂ ਤੇ ਅਪਰਮੇय ਸੰਖਿਆਵਾਂ ਬੜੀ ਡਿਟੇਲ 'ਚ ਗੱਲ ਕੀਤੀ ਸੀ। ਉਹਨਾਂ ਦੇ ਦਸ਼ਮਲਵ ਰੂਪ ਬਾਰੇ ਗੱਲ ਕੀਤੀ ਸੀ। ਜਿਵੇਂ ਕਿ ਆਪਾਂ 8ਵੀਂ ਕਲਾਸ ਵੀ ਕਰ ਚੁੱਕੇ ਹਾਂ। 2 ਲਗਾਤਾਰ ਪ੍ਰਮੇय ਸੰਖਿਆਵਾਂ ਵਿਚਕਾਰ ਅਣਗਿਣਤ ਜਾਂ ਅਨੰਤ ਪ੍ਰਮੇय ਸੰਖਿਆਵਾਂ ਹੁੰਦੀਆਂ ਨੇ। ਆਪਾਂ ਇਸ ਬਾਰੇ ਗੱਲ ਕਰ ਚੁੱਕੇ ਹਾਂ 8ਵੀਂ ਕਲਾਸ ਦੇ ਵਿੱਚ। There are infinite rational numbers between 2 consecutive rational numbers। ਹੁਣ ਸਮੱਸਿਆ ਅਪਰਮੇय ਤੇ ਆ ਗਈ। ਸੇਮ ਅਪਰਮੇय ਦਾ 2 ਲਗਾਤਾਰ ਪ੍ਰਮੇय ਸੰਖਿਆਵਾਂ, ਤੁਸੀਂ ਇੱਥੇ ਪ੍ਰਮੇय ਵੀ ਲਿਖ ਸਕਦੇ ਹੋ, ਅਪਰਮੇय ਵੀ ਲਿਖ ਸਕਦੇ ਹੋ, ਵਿਚਕਾਰ ਅਨੰਤ ਜਾਂ ਅਣਗਿਣਤ ਅਪਰਮੇय ਸੰਖਿਆਵਾਂ ਹੁੰਦੀਆਂ ਨੇ। ਤਾਂ ਜੋ ਆਪਾਂ ਹੁਣ ਤੱਕ ਕੀਤਾ, ਚਾਹੇ ਉਹ 7ਵੀਂ ਕਲਾਸ ਕੀਤਾ, ਚਾਹੇ 8ਵੀਂ ਕਲਾਸ ਕੀਤਾ, ਚਾਹੇ ਆਪਾਂ ਉਹ 9ਵੀਂ 'ਚ ਕਰ ਰਹੇ ਹਾਂ, ਤਾਂ ਆਪਾਂ ਇੱਕ ਲਾਈਨ ਨੂੰ ਮੈਂ ਕੰਬਾਈਨ ਕਰ ਰਿਹਾ ਪੂਰੀ। ਲਾਈਨ ਕੀ ਹੈ, 2 ਲਗਾਤਾਰ ਕੁਦਰਤੀ ਸੰਖਿਆਵਾਂ ਹੋਣ, ਪ੍ਰਕਿਰਤਿਕ, ਪੂਰਨ ਸੰਖਿਆਵਾਂ ਹੋਣ, ਸੰਪੂਰਨ ਸੰਖਿਆਵਾਂ ਹੋਣ, ਪ੍ਰਮੇय ਸੰਖਿਆਵਾਂ ਹੋਣ। ਠੀਕ, ਮਤਲਬ ਕੋਈ ਵੀ ਵਾਸਤਵਿਕ ਸੰਖਿਆਵਾਂ ਹੋਣ, ਚਾਹੇ ਅਪਰਮੇय ਹੋਣ। ਮੈਂ 5 ਟਾਈਪਸ ਲਿਖਤੀਆਂ ਤੇ 5 ਨੂੰ ਜੇ ਆਪਾਂ ਇਕੱਠਾ ਕਰੀਏ ਤਾਂ ਇਹਦਾ ਮਤਲਬ ਆਪਾਂ ਕਿਸ ਦੀ ਗੱਲ ਕਰ ਰਹੇ ਹਾਂ, ਵਾਸਤਵਿਕ ਸੰਖਿਆਵਾਂ ਦੀ ਗੱਲ ਕਰ ਰਹੇ ਹਾਂ। ਤਾਂ 2 ਲਗਾਤਾਰ ਕੋਈ ਵੀ ਵਾਸਤਵਿਕ ਸੰਖਿਆ ਹੋਵੇ, ਉਹਨਾਂ ਵਿਚਕਾਰ ਹਮੇਸ਼ਾ ਅਨੰਤ ਜਾਂ ਅਣਗਿਣਤ ਪ੍ਰਮੇय ਜਾਂ ਅਪਰਮੇय ਸੰਖਿਆਵਾਂ ਹੁੰਦੀਆਂ ਹਨ। ਤਾਂ ਆ ਇੱਕ ਕੰਪਲੀਟ ਲਾਈਨ ਹੈ ਜੋ ਆਪਾਂ ਹੁਣ ਤੱਕ ਦਾ ਵਰਕ ਕੀਤਾ, 7ਵੀਂ ਦਾ, 8ਵੀਂ ਦਾ ਜਾਂ ਹੁਣ 9ਵੀਂ 'ਚ ਕਰ ਰਿਹਾ। ਤਾਂ ਇੱਕ ਲਾਈਨ ਦੇ ਵਿੱਚ ਅਲੱਗ-ਅਲੱਗ ਨਹੀਂ ਯਾਦ ਕਰਨਾ, ਤੁਸੀਂ ਇੱਕ ਲਾਈਨ ਦੇ ਬਿਹਾਫ ਤੇ ਇਹਨੂੰ ਸਾਰੇ ਨੂੰ ਯਾਦ ਕਰ ਸਕਦੇ ਹੋ। ਹੁਣ ਕੁਐਸਚਨ ਇਹ ਆਉਂਦਾ ਹੈ, ਆਪਾਂ ਨੂੰ ਕਿਵੇਂ ਪਤਾ ਲੱਗੂਗਾ ਪ੍ਰਮੇय ਤੇ ਅਪਰਮੇय ਦਾ। ਮੈਂ ਕੁਝ ਐਗਜ਼ਾਮਪਲਾਂ ਲੈ ਕੇ ਚੱਲਦਾ ਕਿਵੇਂ ਆਪਾਂ ਪਤਾ ਕਰਨਾ ਹੈ। ਉਦਾਹਰਨ, ਹੇਠਾਂ ਲਿਖਿਆਂ ਵਿੱਚੋਂ ਕਿਹੜੀਆਂ ਪ੍ਰਮੇय ਸੰਖਿਆਵਾਂ ਹਨ ਜਾਂ ਅਪਰਮੇय ਸੰਖਿਆਵਾਂ ਹਨ। ਤਾਂ ਆਪਾਂ ਕੁਝ ਉਦਾਹਰਨਾਂ ਲੈ ਕੇ ਇਹਨੂੰ ਹੱਲ ਕਰਦੇ ਹਾਂ, ਥੋੜਾ ਜਿਹਾ ਇਹਨੂੰ ਹੋਰ ਕਲੀਅਰ ਕਰਨ ਦੇ ਲਈ। ਉਦਾਹਰਨ 1, √9 ਵਰਗਮੂਲ 9। ਉਦਾਹਰਨ 2, 7 √5 ਤੀਸਰਾ ਭਾਗ 2 + √3। ਚੌਥਾ ਭਾਗ π-2। ਪੰਜਵਾਂ ਭਾਗ 7/√5।
ਤੇ 6ਵਾਂ ਭਾਗ √8 ਗੁਣਾ √2। ਆਪਾਂ ਕੁਝ ਉਦਾਹਰਨਾਂ ਲੈ ਕੇ ਚੱਲ ਰਹੇ ਹਾਂ। √9 ਨੂੰ ਆਪਾਂ ਹੱਲ ਕਰ ਸਕਦੇ ਹਾਂ ਕਿਉਂਕਿ ਇਹਦਾ ਮਤਲਬ ਹੋਗਾ 9 ਦਾ ਵਰਗਮੂਲ। ਆਪਾਂ 8ਵੀਂ ਕਲਾਸ ਕੀਤਾ, 9 ਦਾ ਵਰਗਮੂਲ ਕਿੰਨਾ ਹੁੰਦਾ 3। ਹੁਣ ਇਹ ਹੱਲ ਕਰਕੇ ਆ ਗਿਆ ਤਾਂ ਇਹਦਾ ਮਤਲਬ ਇਹ ਹੈਗੀ ਹੈ ਪਰਿਮੇਯ ਸੰਖਿਆ। ਇਹ ਹੋ ਗਈ ਪਰਿਮੇਯ ਸੰਖਿਆ। ਆ ਹੱਲ ਨਹੀਂ ਹੁੰਦਾ, ਇਹ ਓਵੇਂ ਦਾ ਓਵੇਂ ਰਹਿ ਗਿਆ। ਤਾਂ ਆਪਾਂ ਗੱਲ ਕੀਤੀ ਸੀ ਜਦੋਂ √8 ਹੱਲ ਨਾ ਹੋਵੇ ਉਹ ਕਿਹੜੀ ਸੰਖਿਆ ਹੁੰਦੀ ਹੈ? अपरिमेय संख्या होती है। ये भी हल नहीं हो रहा तो ये किहड़ी संख्या होगी? अपरिमेय। पाई बारे आपां गल कीती सी बड़े डिटेल दे विच। पाई की है? अपरिमेय संख्या। तो फिर इहदा मतलब ये भी अपने कोल की है? अपरिमेय संख्या। 7/5 ये हल नहीं हो रहा, ये भी किहड़ी संख्या आ गई? अपरिमेय। ਇੱਥੇ ਆਪਾਂ ਇਹਨਾਂ ਦੀ ਗੁਣਾ ਕਰਾਂਗੇ ਕਿਉਂਕਿ ਦੋਹਾਂ ਦੇ ਉੱਤੇ ਵਰਗਮੂਲ ਦਾ ਨਿਸ਼ਾਨ ਹੈ। ਅਗਰ ਨਿਸ਼ਾਨ ਇੱਕੋ ਨਾਲ ਦਾ ਹੁੰਦਾ ਤਾਂ ਆਪਾਂ ਗੁਣਾ ਕਰਦੇ ਹਾਂ। 8 ਦੂਣੀ 16, 16 ਕਿਸ ਦਾ ਵਰਗਮੂਲ ਹੈ? 4 ਦਾ। ਇਹ ਹੱਲ ਹੋ ਗਿਆ। ਤਾਂ ਇਹਦਾ ਮਤਲਬ ਇਹ ਕਿਹੜੀ ਸੰਖਿਆ ਹੈ? ਪਰਿਮੇਯ ਸੰਖਿਆ। ਹੁਣ ਇੱਥੇ ਇੱਕ ਬੜਾ ਇੰਪੋਰਟੈਂਟ ਪ੍ਰੋਪਰਟੀਜ਼ ਰਿਲੇਸ਼ਨ ਗੁਣ ਆ ਰਿਹਾ ਹੈ। ਪਰਿਮੇਯ ਅਤੇ अपरिमेय संख्यावां विचकार संबंध, रिलेशन बिटवीन रैशनल एंड इरैशनल। सब तो मैं कोशिश करूंगा मैं अलग अलग रिलेशन की जगह पे एक रिलेशन ही कंबाइन करूंगा। एक परिमेय अते एक अपरिमेय संख्या, एक परिमेय अते एक अपरिमेय संख्या दा जोड़ घटा, जोड़ ते घटा हमेशा अपरिमेय हुंदा है। एक परिमेय अते अपरिमेय संख्या का जोड़ घटा हमेशा की हुंदा है? अपरिमेय। आप चेक करते हैं। आ देखो, आ किहड़ी होगी? परिमेय। आ होगी अपरिमेय। तो जिहड़ा इन्हां दा जोड़ है की है? अपरिमेय हुंदा है। आ होगी अपरिमेय, आ होगी परिमेय, ते दोहां दा घटा की हुंदा है? अपरिमेय हुंदा है। नंबर 2, एक परिमेय शर्त होनी चाहिए है जो परिमेय संख्या 0 ना होवे, 0 ना होवे अते एक अपरिमेय संख्या दी गुना अते वंड हमेशा अपरिमेय होता है। हमेशा अपरिमेय होता है। तो की लाइन लिखी? एक परिमेय संख्या अते एक अपरिमेय। परिमेय की शर्त की है? 0 नहीं होनी चाहिए। तो वह भी कॉन्सैप्ट सेम है, बस फर्क इत्थे परिमेय कोई भी हो सकती है, बस इत्थे गुना ते वंड के केस दे विच 0 नहीं होनी चाहिए। आप चेक करते हैं। आ देखो, आ गई परिमेय, आ गई अपरिमेय, तो दोहां दी गुना है वो की है? अपरिमेय। आ गई परिमेय, आ गई अपरिमेय, तो दोहां दी वंड की हुंदी है? अपरिमेय। तो यह सी अपना परिमेय संख्यावां अते अपरिमेय संख्यावां विचकार रिलेशन। थैंक यू।